ਮੇਰਾ ਨਾਮ ਪ੍ਰਦੀਪ ਬੰਸਲ। ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਸ਼੍ਰੇਣੀ 10ਵੀਂ ਪਾਠ ਨੰਬਰ 2 ਵਿਸ਼ਾ ਇਤਿਹਾਸ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਬਾਰੇ ਪੜ੍ਹਾਂਗੇ। ਇਹ ਵੀਡੀਓ ਮੈंने ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਹੀ ਮਾਧਿਅਮਾਂ ਰਾਹੀਂ ਬਣਾਈ ਹੈ ਤਾਂ ਜੋ ਜਿਹੜੇ ਵਿਦਿਆਰਥੀ ਅੰਗਰੇਜ਼ੀ ਵਿੱਚ ਪੜ੍ਹ ਰਹੇ ਹਨ ਉਹ ਆਪਣਾ ਕੰਮ ਅੰਗਰੇਜ਼ੀ ਰਾਹੀਂ ਕਰ ਸਕਣ ਅਤੇ ਜੋ ਵਿਦਿਆਰਥੀ ਪੰਜਾਬੀ ਰਾਹੀਂ ਪੜ੍ਹ ਰਹੇ ਹਨ ਉਹ ਆਪਣਾ ਕੰਮ ਪੰਜਾਬੀ ਰਾਹੀਂ ਕਰ ਸਕਣ। ਇਸ ਦੇ ਕੁਐਸਚਨ ਆਨਸਰ ਵੀ ਇਸ ਦੇ MCQ ਕੁਐਸਚਨ ਵੀ ਇਸ ਤਰ੍ਹਾਂ ਹੀ ਬਣਾਏ ਜਾਣਗੇ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਹਾਲਾਤ। ਪਹਿਲੀ ਗੱਲ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਅਤੇ 15 ਅਗਸਤ 1947 ਭਾਰਤ ਦੀ ਆਜ਼ਾਦੀ ਤੱਕ ਜਿਸ ਨੂੰ ਅਸੀਂ ਪੰਜਾਬ ਕਹਿੰਦੇ ਹਾਂ ਉਸ ਦਾ ਬਹੁਤਾ ਹਿੱਸਾ ਪਾਕਿਸਤਾਨ ਵਿੱਚ ਹੈ। ਅਸੀਂ ਜੋ ਸਾਡੀ 10ਵੀਂ ਕਲਾਸ ਦਾ ਇਤਿਹਾਸ ਹੈ ਉਸ ਦੇ ਵਿੱਚ ਇਤਿਹਾਸ ਦੇ ਵਿੱਚ ਪਾਕਿਸਤਾਨੀ ਪੰਜਾਬ ਦੀ ਗੱਲਬਾਤ ਜ਼ਿਆਦਾ ਹੁੰਦੀ ਹੈ ਅਤੇ ਸਾਡੇ ਜੋ ਸਾਡਾ ਵਰਤਮਾਨ ਪੰਜਾਬ ਹੈ ਇਸ ਬਾਰੇ ਗੱਲ ਬਹੁਤ ਘੱਟ ਹੁੰਦੀ ਹੈ। ਕਹਿਣ ਦਾ ਭਾਵ ਜੋ ਪਾਕਿਸਤਾਨ ਦਾ ਹਿੱਸਾ ਪੱਛਮੀ ਪੰਜਾਬ ਆ, ਲਹਿੰਦੇ ਪਾਸੇ ਵਾਲਾ ਪੰਜਾਬ ਆ, ਉਸ ਸਮੇਂ ਉਹ ਪੰਜਾਬ ਦਾ ਹਿੱਸਾ ਸੀ। ਇਸ ਲਈ 10ਵੀਂ ਸ਼੍ਰੇਣੀ ਦੇ ਵਿਦਿਆਰਥੀ ਖਾਸ ਕਰਕੇ ਜਦੋਂ ਪੰਜਾਬ ਸ਼ਬਦ ਵਰਤਿਆ ਜਾਂਦਾ ਤਾਂ ਉਹ ਜੋ ਪੱਛਮ ਵਾਲੇ ਪਾਸੇ ਹੈ, ਲਹਿੰਦੇ ਵਾਲੇ ਪਾਸੇ ਹੈ, ਉਸ ਪੰਜਾਬ ਦੀ ਗੱਲ ਕਰਦੇ ਹਾਂ ਅਸੀਂ, ਨਾ ਕਿ ਸਾਡੇ ਵਰਤਮਾਨ ਪੰਜਾਬ ਦੀ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਹੋਇਆ। ਉਹਨਾਂ ਦੇ ਜੀਵਨ ਕਾਲ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਬਹੁਤ ਚੰਗੀ ਨਹੀਂ ਸੀ। ਇੱਥੋਂ ਦੇ ਹਾਕਮ ਕਮਜ਼ੋਰ ਅਤੇ ਆਪਸੀ ਫੁੱਟ ਦਾ ਸ਼ਿਕਾਰ ਸਨ। ਪੰਜਾਬ ਉੱਤੇ ਬਾਹਰੀ ਹਮਲੇ ਹੋ ਰਹੇ ਸਨ। ਇਸ ਸਮੇਂ ਦੇ ਹਾਕਮਾਂ ਵਿੱਚ ਧਾਰਮਿਕ ਕੱਟੜਤਾ ਸੀ। ਹਿੰਦੂ ਸਮਾਜ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ। ਇਸਤਰੀ ਦੀ ਹਾਲਤ ਬੜੀ ਮਾੜੀ ਸੀ। ਲੋਕਾਂ ਦਾ ਸਦਾਚਾਰ ਡਿੱਗ ਚੁੱਕਾ ਸੀ ਅਤੇ ਉਹ ਫਜ਼ੂਲ ਦੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਸਨ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ 1469 ਦੇ ਵਿੱਚ, ਤਾਂ ਅਸੀਂ 1206 ਤੋਂ ਲੈ ਕੇ 1526 ਈਸਵੀ ਤੱਕ ਦਿੱਲੀ ਸਲਤਨਤ ਦਾ ਰਾਜ ਰਿਹਾ। ਤਾਂ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ 1469 ਈਸਵੀ ਦੇ ਵਿੱਚ, ਉਸ ਸਮੇਂ ਭਾਰਤ ਉੱਤੇ ਦਿੱਲੀ ਸਲਤਨਤ ਦਾ ਰਾਜ ਸੀ। ਦਿੱਲੀ ਸਲਤਨਤ ਦੇ ਲੋਧੀ ਵੰਸ਼ ਦਾ ਰਾਜ ਸੀ। ਲੋਧੀ ਵੰਸ਼ ਕਹਿਣ ਨੂੰ ਤਾਂ ਦਿੱਲੀ ਸਲਤਨਤ ਦਾ ਰਾਜ ਕਰ ਰਿਹਾ ਸੀ, ਪਰ ਪੰਜਾਬ ਦੇ ਉੱਤੇ ਉਸ ਦਾ ਰਾਜ ਨਾ ਮਾਤਰ ਦਾ ਹੀ ਰਹਿ ਗਿਆ ਸੀ, ਕਿਉਂਕਿ ਲੋਧੀ ਸੁਲਤਾਨਾਂ ਦੇ ਵਿੱਚ ਉਹ ਕਾਬਲੀਅਤ ਨਹੀਂ ਸੀ ਜੋ ਉਹ ਪੂਰੇ ਦਿੱਲੀ ਸਲਤਨਤ ਦੇ ਸਾਮਰਾਜ ਨੂੰ ਇੱਕ ਮੁੱਠ ਕਰਕੇ ਰੱਖ ਸਕਦੇ। ਇਸ ਲਈ ਉਸ ਸਮੇਂ ਜੋ ਹਾਲਾਤ ਸਨ ਰਾਜਨੀਤਿਕ ਬੜੇ ਮਾੜੇ ਸਨ। ਪਹਿਲੀ ਗੱਲ ਤਾਂ ਘਰੇਲੂ ਫੁੱਟ, ਆਪਸੀ ਫੁੱਟ ਬਹੁਤ ਜ਼ਿਆਦਾ ਚੱਲ ਰਹੀ ਸੀ। ਆਪਸ ਦੇ ਵਿੱਚ ਹੀ ਲੜ ਰਹੇ ਸਨ। ਹਰ ਕੋਈ ਗੱਦੀ ਦਾ ਭੁੱਖਾ ਸੀ ਵੀ ਮੈਂ ਰਾਜਾ ਬਣਨਾ। ਉਸ ਤੋਂ ਬਾਅਦ ਸਮਾਜਿਕ ਹਾਲਤ ਉਸ ਸਮੇਂ ਸਾਡਾ ਸਮਾਜ ਦੋ ਭਾਗਾਂ, ਹਿੰਦੂ ਸਮਾਜ ਅਤੇ ਮੁਸਲਮਾਨ ਸਮਾਜ ਵਿੱਚ ਵੰਡਿਆ ਹੋਇਆ ਸੀ। ਹਿੰਦੂ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਬੁਰਾਈਆਂ ਪ੍ਰਚਲਿਤ ਸਨ। ਹਿੰਦੂ ਸਮਾਜ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ। 4 ਜਾਤੀਆਂ ਤਾਂ ਪ੍ਰਾਚੀਨ ਸਮੇਂ ਤੋਂ ਹੀ ਚੱਲਦੀਆਂ ਰਹੀਆਂ ਹਨ: ਬ੍ਰਾਹਮਣ, ਕਸ਼ੱਤਰੀ, ਸ਼ੂਦਰ ਅਤੇ ਵੈਸ। ਪਰ ਇਸ ਸਮੇਂ ਮੱਧਕਾਲ ਦੇ ਦੌਰਾਨ ਹਿੰਦੂ ਸਮਾਜ ਹੋਰ ਵੀ ਕਈ ਉਪਜਾਤੀਆਂ ਵਿੱਚ ਵੰਡ ਚੁੱਕਿਆ ਸੀ। ਤਾਂ ਕਰਕੇ ਇਸ ਸਮੇਂ ਸਮਾਜ ਦੀ ਹਾਲਾਤ ਬਹੁਤ ਹੀ ਨਾਜ਼ੁਕ, ਬਹੁਤ ਹੀ ਮਾੜੇ ਸਨ। ਤਾਂ ਸਮਾਜਿਕ ਅਤੇ ਰਾਜਨੀਤਿਕ ਹਾਲਤ ਬਹੁਤ ਮਾੜੀ ਸੀ। ਔਰਤ ਦਾ ਦਰਜਾ ਬਹੁਤ ਡਿੱਗ ਚੁੱਕਿਆ ਸੀ। ਔਰਤ ਨੂੰ ਤਾਂ ਬਿਲਕੁਲ ਵੀ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਸੀ, ਕਿਉਂਕਿ ਹਿੰਦੂਆਂ ਦੇ ਵਿੱਚ ਇੱਕ ਬੜੀ ਹੀ ਭੈੜੀ ਪ੍ਰਥਾ, ਸਤੀ ਪ੍ਰਥਾ ਪ੍ਰਚਲਿਤ ਸੀ। ਜੇਕਰ ਕਿਸੇ ਔਰਤ ਦਾ ਪਤੀ ਮਰ ਜਾਂਦਾ ਸੀ ਤਾਂ ਉਸਨੂੰ ਉਸਦੇ ਪਤੀ ਦੇ ਨਾਲ ਹੀ ਚਿਤਾ ਦੇ ਨਾਲ ਸਾੜ ਦਿੱਤਾ ਜਾਂਦਾ ਸੀ। ਤਾਂ ਅਸੀਂ ਸਮਝ ਸਕਦੇ ਹਾਂ ਕਿ ਹਿੰਦੂ ਸਮਾਜ ਵਿੱਚ ਕਿੰਨੀਆਂ ਬੁਰਾਈਆਂ ਪ੍ਰਚਲਿਤ ਸਨ। ਹਿੰਦੂ ਫਜ਼ੂਲ ਦੇ ਵਹਿਮਾਂ ਭਰਮਾਂ, ਰੀਤੀ ਰਿਵਾਜ਼ਾਂ ਵਿੱਚ ਫਸੇ ਹੋਏ ਸਨ, ਫਜ਼ੂਲ ਦੇ ਖਰਚਿਆਂ ਵਿੱਚ ਫਸੇ ਹੋਏ ਸਨ। ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਹਾਲਾਤ ਬਹੁਤ ਹੀ ਮਾੜੀ ਸੀ। ਰਾਜਨੀਤਿਕ ਅਵਸਥਾ ਕਿੱਦਾਂ ਦੀ ਸੀ? ਕਿਉਂਕਿ ਅਸੀਂ ਇਸ ਪਾਠ ਰਾਹੀਂ ਪੰਜਾਬ ਦੀ ਸਮਾਜਿਕ ਅਤੇ ਰਾਜਨੀਤਿਕ ਅਵਸਥਾ ਬਾਰੇ ਪੜ੍ਹਨਾ ਹੈ। ਰਾਜਨੀਤਿਕ ਅਵਸਥਾ ਆਪਾਂ ਉਸ ਸਮੇਂ ਕੌਣ ਰਾਜ ਕਰ ਰਿਹਾ ਸੀ, ਕੌਣ ਕੀ ਕਰ ਰਿਹਾ ਸੀ।
ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਪੰਜਾਬ ਲੋਧੀ ਸੁਲਤਾਨਾਂ ਦੇ ਅਧੀਨ ਸੀ। ਲੋਧੀ ਸੁਲਤਾਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਸ਼ਾਸਕ ਸੀ ਬਹਿਲੋਲ ਖਾਂ ਲੋਧੀ, ਜਿਸ ਨੇ 1451 ਈਸਵੀ ਤੋਂ ਲੈ ਕੇ 1499 ਈਸਵੀ ਤੱਕ ਰਾਜ ਕੀਤਾ। ਦਿੱਲੀ ਦਾ ਜਦੋਂ ਹੀ ਉਹ ਸਮਰਾਟ ਬਣਿਆ ਤਾਂ ਉਸਨੇ ਤਤਾਰ ਖਾਂ ਨੂੰ ਪੰਜਾਬ ਦਾ ਅਤੇ ਸਾਹਿਬਜ਼ਾਦਾ ਨਿਜ਼ਾਮ ਖਾਨ ਸਿਕੰਦਰ ਦਾ ਹੀ ਨਾਮ ਹੈ, ਸਿਕੰਦਰ ਲੋਧੀ ਦਾ ਹੀ ਨਾਮ ਹੈ। ਇੱਕ ਸਿਕੰਦਰ ਪਹਿਲਾਂ ਆਇਆ ਸੀ ਜੋ ਮਕਦੂਨੀਆ ਦਾ ਰਾਜਾ ਸੀ। ਉਸਨੇ ਭਾਰਤ ਉੱਤੇ ਪੰਜਾਬ ਉੱਤੇ 326 ਈਸਵੀ ਪੂਰਬ ਵਿੱਚ ਹਮਲਾ ਕੀਤਾ ਸੀ। ਪਿਆਰੇ ਬੱਚਿਓ, ਇਹ ਯਾਦ ਰੱਖਿਓ, ਉਹ ਸਿਕੰਦਰ ਸੀ ਅਲੈਗਜ਼ੈਂਡਰ ਦਾ ਗ੍ਰੇਟ, ਇਹ ਸਿਕੰਦਰ ਲੋਧੀ ਹੈ। ਦੋਨਾਂ ਦੇ ਵਿੱਚ ਬਹੁਤ ਫਰਕ ਹੈ, ਕਦੇ ਉਹੀ ਨਾ ਸਮਝ ਜਿਓ। ਉਹ ਤਾਂ 326 ਈਸਵੀ ਪੂਰਬ ਵਿੱਚ ਆਇਆ ਸੀ ਅਤੇ ਇਹ ਸਿਕੰਦਰ ਬਾਅਦ ਦੇ ਵਿੱਚ ਇਹ ਤਾਂ 1499 ਈਸਵੀ ਤੋਂ ਬਾਅਦ ਹੋਇਆ। ਤਾਂ ਕਰਕੇ ਪਹਿਲਾਂ ਬਹਿਲੋਲ ਖਾਂ ਲੋਧੀ ਨੇ 1451 ਤੋਂ ਲੈ ਕੇ 1499 ਤੱਕ ਰਾਜ ਕੀਤਾ। ਦਿੱਲੀ ਦਾ ਜਦੋਂ ਹੀ ਉਹ ਸਮਰਾਟ ਬਣਿਆ ਤਾਂ ਉਸਨੇ ਤਤਾਰ ਖਾਂ ਨੂੰ ਪੰਜਾਬ ਦਾ ਅਤੇ ਸਾਹਿਬਜ਼ਾਦਾ ਨਿਜ਼ਾਮ ਖਾਂ ਨੂੰ ਸਰਹੰਦ ਦਾ ਨਾਜ਼ਿਮ ਬਣਾਇਆ। ਮਲਤਾਨ ਭਾਵ ਪੱਛਮੀ ਪੰਜਾਬ ਵਾਲਾ ਜੋ ਹਿੱਸਾ ਸੀ ਉਹ ਤਾਂ ਲੋਧੀ ਸੁਲਤਾਨਾਂ ਦੇ ਹੱਥੋਂ ਨਿਕਲ ਚੁੱਕਿਆ ਸੀ। ਮੁਲਤਾਨ ਲੋਧੀ ਵੰਸ਼ ਤੋਂ ਸੁਤੰਤਰ ਹੋ ਚੁੱਕਿਆ ਸੀ। ਜਦੋਂ ਮੁਲਤਾਨ ਸੁਤੰਤਰ ਹੋ ਗਿਆ ਤਾਂ ਤਤਾਰ ਖਾਂ ਨੇ ਵੀ ਪੰਜਾਬ ਨੂੰ ਸੁਤੰਤਰ ਕਰਨਾ ਚਾਹਿਆ। ਉਸਨੇ ਸੁਤੰਤਰਤਾ ਦਾ ਐਲਾਨ ਕਰ ਦਿੱਤਾ। ਬਹਿਲੋਲ ਲੋਧੀ ਨੇ ਤਤਾਰ ਖਾਂ ਨੂੰ ਸੋਧਣ ਲਈ ਆਪਣੇ ਪੁੱਤਰ ਨਿਜ਼ਾਮ ਖਾਂ ਨੂੰ ਭੇਜਿਆ ਸੀ। ਨਿਜ਼ਾਮ ਖਾਂ ਭਾਵ ਸਿਕੰਦਰ ਲੋਧੀ ਨੂੰ। ਨਿਜ਼ਾਮ ਖਾਂ ਨੇ ਤਤਾਰ ਖਾਂ ਨੂੰ ਕਰਾਰੀ ਹਾਰ ਦਿੱਤੀ। ਇਸ ਤਰ੍ਹਾਂ ਪੰਜਾਬ ਵਿੱਚ ਮੁੜ ਲੋਧੀ ਰਾਜ ਸਥਾਪਿਤ ਹੋ ਗਿਆ ਸੀ। ਇੱਕ ਨਾਮ ਮਾਤਰ ਦਾ ਹੀ ਸੀ, ਕਹਿਣ ਨੂੰ ਹੀ ਸੀ, ਪਰ ਪੰਜਾਬ ਉੱਤੇ ਲੋਧੀ ਸ਼ਾਸਕਾਂ ਦਾ ਜੋ ਅਧਿਕਾਰ ਸੀ ਉਹ ਲਗਭਗ ਨਾ ਦੇ ਬਰਾਬਰ ਸੀ। ਇਸ ਤੋਂ ਅੱਗੇ ਸਿਕੰਦਰ ਲੋਧੀ 1499 ਈਸਵੀ ਦੇ ਵਿੱਚ ਬਹਿਲੋਲ ਖਾਂ ਲੋਧੀ ਦੀ ਮੌਤ ਹੋ ਗਈ। ਜੇਕਰ ਕੁਐਸਚਨ ਆ ਜੇ ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀ ਤਾਂ ਬਹਿਲੋਲ ਖਾਂ ਲੋਧੀ ਸੀ। ਸਿਕੰਦਰ ਲੋਧੀ 1499 ਤੋਂ ਲੈ ਕੇ 1517 ਈਸਵੀ ਤੱਕ। ਬਹਿਲੋਲ ਲੋਧੀ ਦੀ ਮੌਤ ਮਗਰੋਂ ਸਿਕੰਦਰ ਲੋਧੀ ਦਿੱਲੀ ਦਾ ਬਾਦਸ਼ਾਹ ਬਣਿਆ। ਉਹ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਹੈ। ਜੇਕਰ ਕੁਐਸਚਨ ਆ ਜੇ ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀ ਤਾਂ ਬਹਿਲੋਲ ਖਾਂ ਲੋਧੀ। ਜੇ ਕੁਐਸਚਨ ਆ ਜੇ ਲੋਧੀ ਵੰਸ਼ ਦਾ ਸਭ ਤੋਂ ਮਹਾਨ ਬਾਦਸ਼ਾਹ ਕੌਣ ਹੋਇਆ ਤਾਂ ਉਹ ਹੋਇਆ ਸਿਕੰਦਰ ਖਾਂ ਲੋਧੀ। ਸਿਕੰਦਰ ਲੋਧੀ ਹੋਇਆ। ਉਸਨੇ ਆਪਣੇ ਰਾਜ ਪ੍ਰਬੰਧ ਨੂੰ ਕੇਂਦਰਿਤ ਕੀਤਾ ਅਤੇ ਆਪਣੇ ਸਰਦਾਰਾਂ ਅਤੇ ਜ਼ਗੀਰਦਾਰਾਂ ਉੱਤੇ ਪੂਰਾ ਕਾਬੂ ਰੱਖਿਆ। ਉਸਨੇ ਕੇਂਦਰੀ ਪੰਜਾਬ ਦਾ ਨਾਜ਼ਿਮ ਕਹਿ ਲਓ, ਸੂਬੇਦਾਰ ਕਹਿ ਲਓ, ਗਵਰਨਰ ਕਹਿ ਲਓ, ਵੱਖਰੇ ਵੰਸ਼ਾਂ ਦੇ ਸਮੇਂ ਇਹਨਾਂ ਦੇ ਵੱਖਰੇ ਨਾਮ ਪਛਾਣ ਦੇ ਨਾਮ ਰੱਖੇ ਸਨ, ਪਰ ਗੱਲ ਇੱਕੋ ਹੀ ਸੀ। ਪੰਜਾਬ ਦਾ ਨਾਜ਼ਿਮ ਦੌਲਤ ਖਾਂ ਲੋਧੀ ਨੂੰ ਨਿਯਤ ਕੀਤਾ ਗਿਆ। ਉਸ ਦੇ ਪ੍ਰਾਂਤ ਦੀਆਂ ਹੱਦਾਂ ਭੇਰਾ ਸਾਰਾ ਪਾਕਿਸਤਾਨ ਵਾਲੇ ਪਾਸੇ ਹੈ, ਭੇਰਾ ਤੋਂ ਲੈ ਕੇ ਸਰਹੰਦ ਸਾਡੇ ਵਰਤਮਾਨ ਪੰਜਾਬ ਦੇ ਵਿੱਚ ਹੈ। ਤਾਂ ਕਹਿ ਸਕਦਾ ਵੀ ਜੋ ਉਸਦੇ ਪ੍ਰਾਂਤ ਪੰਜਾਬ ਦਾ ਹਿੱਸਾ ਸੀ ਉਹ ਭੇਰਾ ਸਰਗੋਧਾ ਵੀ ਕਹਿੰਦੇ ਨੇ ਉਹਨੂੰ ਅੱਜ ਕੱਲ੍ਹ, ਪਾਕਿਸਤਾਨ ਵਾਲੇ ਪਾਸੇ ਤੋਂ ਸਰਹੰਦ ਤੱਕ ਸੀ। ਦੀਪਾਲਪੁਰ ਵੀ ਪੰਜਾਬ ਦਾ ਇੱਕ ਸ਼ਕਤੀਸ਼ਾਲੀ ਉਪ ਪ੍ਰਾਂਤ ਸੀ। ਇਹ ਨਾ ਮਾਤਰ ਦਾ ਸੀ ਪਰ ਦੁਆਬਾ ਚੱਜ ਵਿੱਚ ਪਰ ਦੁਆਬਾ ਚੱਜ ਵਿੱਚ ਗੱਖੜਾਂ ਦਾ ਬੋਲਬਾਲਾ ਸੀ। ਤਾਂ ਚੱਜ ਭਾਵ ਚਨਾਬ ਅਤੇ ਜਿਹਲਮ। ਜੇਕਰ ਅਸੀਂ ਇਸ ਚਿੱਤਰ ਰਾਹੀਂ ਦੇਖੀਏ ਤਾਂ ਦੁਆਬਾ ਚੱਜ, ਜਿਹਲਮ ਅਤੇ ਚਨਾਬ ਭਾਵ ਜਿਹਲਮ ਅਤੇ ਚਨਾਬ ਤੋਂ ਉਧਰਲਾ ਇਲਾਕਾ ਤਾਂ ਲੋਧੀ ਸੁਲਤਾਨਾਂ ਦੇ ਅਧੀਨ ਨਿਕਲ ਚੁੱਕਿਆ ਸੀ। ਜਿਹਲਮ ਅਤੇ ਚਨਾਬ ਦਾ ਇਲਾਕਾ ਤਾਂ ਲੋਧੀ ਸੁਲਤਾਨਾਂ ਦੇ ਅਧੀਨੋਂ ਨਿਕਲ ਚੁੱਕਿਆ ਸੀ। ਤਾਂ ਦੁਆਬਾ ਚੱਜ ਭਾਵ ਚਨਾਬ ਅਤੇ ਜਿਹਲਮ ਇੱਥੇ ਗੱਖੜਾਂ ਦਾ ਬੋਲਬਾਲਾ ਸੀ। ਇਸ ਤਰ੍ਹਾਂ ਸਿਕੰਦਰ ਲੋਧੀ ਸਮੇਂ ਪੰਜਾਬ ਲੋਧੀ ਸਮਰਾਜ ਦਾ ਨਾ ਮਾਤਰ ਭਾਗ ਹੀ ਸੀ। ਸਿਕੰਦਰ ਲੋਧੀ ਆਪਣੀਆਂ ਪ੍ਰਜਾ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨਾ ਆਪਣਾ ਫਰਜ਼ ਸਮਝਦਾ ਸੀ। ਉਸ ਦਾ ਫਰਜ਼ ਅਤੇ ਇਨਸਾਫ ਕੇਵਲ ਮੁਸਲਮਾਨਾਂ ਤੱਕ ਸੀਮਿਤ ਸੀ। ਉਹ ਹਿੰਦੂਆਂ ਨੂੰ ਘਿਰਨਾ ਕਰਦਾ ਸੀ। ਹਿੰਦੂ ਦੇਵੀ ਦੇਵਤਿਆਂ ਦੇ ਬੁੱਤਾਂ ਅਤੇ ਮੰਦਰਾਂ ਨੂੰ ਤੋੜਨ ਵਿੱਚ ਉਹ ਆਪਣਾ ਸ਼ੁਗਲ ਸਮਝਦਾ ਸੀ। ਜੇਕਰ ਤੁਹਾਨੂੰ ਕੁਐਸਚਨ ਆ ਜੇ ਕਿ ਸਿਕੰਦਰ ਲੋਧੀ ਦੀ ਧਾਰਮਿਕ ਨੀਤੀ ਕਿਹੋ ਜਿਹੀ ਸੀ, ਸਿਕੰਦਰ ਲੋਧੀ
ਧਾਰਮਿਕ ਕੱਟੜਤੀ, ਉਸ ਦੀ ਧਾਰਮਿਕ ਨੀਤੀ ਸਿਰਫ ਤੇ ਸਿਰਫ ਮੁਸਲਮਾਨਾਂ ਦੇ ਲਈ ਹੀ ਸੀ। ਹਿੰਦੂਆਂ ਨੂੰ ਤਾਂ ਉਹ ਨਫ਼ਰਤ ਕਰਦਾ ਸੀ। ਹਿੰਦੂਆਂ ਦੇ ਮੰਦਰ ਮੂਰਤੀਆਂ ਨੂੰ ਤਾਂ ਉਹ ਤੋੜ ਕੇ ਬੜਾ ਖੁਸ਼ ਹੁੰਦਾ ਸੀ। ਹਿੰਦੂਆਂ ਨੂੰ ਤਾਂ ਉਹ ਕਾਫਰ ਕਹਿ ਕੇ ਬੁਲਾਉਂਦਾ ਸੀ। ਹਿੰਦੂਆਂ ਨੂੰ ਜੋ ਇਹ ਸ਼ਾਸਕ ਸੀਗੇ, ਹਿੰਦੂਆਂ ਨੂੰ ਇਹ ਕਾਫਰ ਕਹਿ ਕੇ ਬੁਲਾਉਂਦੇ ਸਨ। ਇਸ ਲਈ ਜੇ ਕੁਐਸਚਨ ਆ ਜਾਏ ਕਿ ਸਿਕੰਦਰ ਲੋਧੀ ਦੀ ਧਾਰਮਿਕ ਨੀਤੀ ਉਦਾਰ ਸੀ ਜਾਂ ਕੱਟੜ ਸੀ, ਤਾਂ ਹਿੰਦੂਆਂ ਦੇ ਪ੍ਰਤੀ ਕੱਟੜ ਸੀ ਅਤੇ ਮੁਸਲਮਾਨਾਂ ਦੇ ਪ੍ਰਤੀ ਉਦਾਰ ਸੀ। ਇਬਰਾਹਿਮ ਲੋਧੀ 1517 ਤੋਂ 1526। ਇਬਰਾਹਿਮ 1517 ਵਿੱਚ ਸਿਕੰਦਰ ਲੋਧੀ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਇਬਰਾਹਿਮ ਲੋਧੀ ਬਣਿਆ। ਸਿਕੰਦਰ ਲੋਧੀ ਪਿੱਛੋਂ ਇਬਰਾਹਿਮ ਲੋਧੀ ਦਿੱਲੀ ਦੇ ਤਖਤ ਉੱਤੇ ਬੈਠਾ। ਉਸ ਦੇ ਗੁਣ ਉਸ ਵਿੱਚ ਸੂਝ ਅਤੇ ਸਿਆਣਪ ਸੀ। ਹੀ ਵਾਜ਼ ਏ ਵਾਈਸ ਐਂਡ ਐਨ ਇੰਟੈਲੀਜੈਂਟ ਰੂਲਰ। ਉਹ ਸਮਝਦਾਰ ਸੀ। ਉਹ ਇੱਕ ਬਹਾਦਰ ਸਿਪਾਹੀ ਸੀ। ਹੀ ਵਾਜ਼ ਏ ਬਰੇਵ ਸੋਲਜਰ। ਉਹ ਇੱਕ ਕਾਮਯਾਬ ਜਰਨੈਲ ਸੀ। ਜੋ ਸੈਨਾ ਦੀ, ਜੋ ਆਪਣੀ ਆਰਮੀ ਦੀ ਅਗਵਾਈ ਕਰਦਾ, ਉਸ ਨੂੰ ਜਰਨੈਲ ਕਿਹਾ ਜਾਂਦਾ। ਹੀ ਵਾਜ਼ ਏ ਸਕਸੈਸਫੁਲ ਜਨਰਲ ਆਲਸੋ। ਉਹ ਮਿਹਨਤੀ ਅਤੇ ਇਮਾਨਦਾਰ ਸੀ। ਹੀ ਵਾਜ਼ ਹਾਰਡ ਵਰਕਿੰਗ ਐਂਡ ਓਨੈਸਟ। ਉਹ ਬੜਾ ਮਿਹਨਤੀ ਸੀ ਅਤੇ ਇਮਾਨਦਾਰ ਸੀ। ਜੇਕਰ ਤੁਹਾਨੂੰ 10ਵੀਂ ਕਲਾਸ ਦੇ ਬੱਚਿਆਂ ਨੂੰ ਸਿਕੰਦਰ ਲੋਧੀ ਦਾ 1 ਜਾਂ 2 ਗੁਣ ਬਾਰੇ ਕੁਐਸਚਨ ਆ ਜਾਏ ਤਾਂ ਤੁਸੀਂ ਇਹ ਲਿਖ ਸਕਦੇ ਹੋ। ਉਹ ਇੱਕ ਬਹਾਦਰ ਸਿਪਾਹੀ ਸੀ। ਉਹ ਕਾਮਯਾਬ ਜਰਨੈਲ ਸੀ। ਉਹ ਮਿਹਨਤੀ ਅਤੇ ਇਮਾਨਦਾਰ ਸੀ। ਉਸ ਵਿੱਚ ਸੂਝ ਅਤੇ ਸਿਆਣਪ ਸੀ। ਪਰ ਫਿਰ ਵੀ ਉਹ ਆਪਣੇ ਸ਼ਾਸਨ ਕਾਲ ਵਿੱਚ ਬੁਰੀ ਤਰ੍ਹਾਂ ਅਸਫਲ ਰਿਹਾ। ਉਸ ਦੇ ਔਗੁਣ, ਇਹ ਵੀ ਕੁਐਸਚਨ ਤੁਹਾਨੂੰ ਆ ਸਕਦਾ ਵੀ ਸਿਕੰਦਰ ਲੋਧੀ ਦਾ, ਇਬਰਾਹਿਮ ਲੋਧੀ ਦਾ 1 ਔਗੁਣ ਲਿਖੋ, 2 ਔਗੁਣ ਲਿਖੋ। ਤਾਂ ਪਹਿਲੀ ਗੱਲ ਤਾਂ ਜਿਹੜੇ ਇਹ ਲੋਧੀ ਸੀ, ਇਹ ਪਠਾਨ ਸੀ। ਪਠਾਨ ਇਹ ਅਫਗਾਨਿਸਤਾਨ ਸਾਈਡ ਤੋਂ ਆਏ ਸਨ, ਜੋ ਪਠਾਨ ਸਨ। ਭਾਵੇਂ ਉਹ ਪਠਾਨ ਸੀ, ਪਰ ਉਹ ਪਠਾਨਾਂ ਦੇ ਸੁਭਾਅ ਅਤੇ ਆਚਰਣ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ। ਇਹ ਸਭ ਤੋਂ ਵੱਡੀ ਉਸ ਦੀ ਬੇਵਕੂਫੀ ਕਹਿ ਲਓ, ਉਸ ਦੀ ਅਸਫਲਤਾ ਕਹਿ ਲਓ। ਉਹ ਪਠਾਨ ਹੁੰਦੇ ਹੋਏ ਵੀ ਆਪਣੇ ਪਠਾਨ ਭਾਈਆਂ ਦੇ ਸੁਭਾਅ ਨੂੰ ਸਮਝ ਨਹੀਂ ਸਕਿਆ। ਇਬਰਾਹਿਮ ਲੋਧੀ ਕਠੋਰ, ਸ਼ੱਕੀ ਅਤੇ ਘਮੰਡੀ ਸੁਭਾਅ ਦਾ ਸੀ। ਜੋ ਇਬਰਾਹਿਮ ਲੋਧੀ ਸੀਗਾ, ਉਹ ਕਠੋਰ, ਸ਼ੱਕੀ ਅਤੇ ਘਮੰਡੀ ਸੁਭਾਅ ਦਾ ਸੀ। ਤੁਸੀਂ ਇਹ ਵੀ ਲਿਖ ਸਕਦੇ ਹੋ, ਇਬਰਾਹਿਮ ਲੋਧੀ ਬੜਾ ਜਲਦਬਾਜ਼ ਸੀ। ਉਹ ਫੈਸਲੇ ਸਮਝਦਾਰੀ ਤੋਂ ਕੰਮ ਨਾ ਲੈਂਦੇ ਹੋਏ ਬੜੀ ਜਲਦੀ ਹੀ ਕਰ ਲੈਂਦਾ ਸੀ। ਅੱਗੇ ਅਸੀਂ ਪੜ੍ਹਾਂਗੇ ਕਿ ਪਾਣੀਪਤ ਦੀ ਲੜਾਈ ਵਿੱਚ ਇਬਰਾਹਿਮ ਲੋਧੀ ਨੇ ਜਲਦਬਾਜ਼ੀ ਕਰਕੇ ਹੀ ਬਾਬਰ ਦੀਆਂ ਫੌਜਾਂ 'ਤੇ ਹਮਲਾ ਕਰਨ ਦੀ ਪਹਿਲ ਕੀਤੀ ਸੀ। ਇਹ ਉਸ ਦੀ ਜਲਦਬਾਜ਼ੀ ਦਾ ਬਹੁਤ ਵੱਡਾ ਸਬੂਤ ਹੈ। ਤਾਂ ਤੁਸੀਂ ਕੁਐਸਚਨ ਆਨਸਰ ਵਿੱਚ ਲਿਖ ਸਕਦੇ ਹੋ, ਇਬਰਾਹਿਮ ਲੋਧੀ ਫੈਸਲੇ ਬੜੀ ਜਲਦੀ ਵਿੱਚ ਲੈਂਦਾ ਸੀ। ਉਸਨੇ ਆਪਣੇ ਪਿਤਾ ਅਤੇ ਦਾਦੇ ਦੀ ਨੀਤੀ ਨੂੰ ਛੱਡ ਕੇ ਪਠਾਨਾਂ ਵਿੱਚ ਤਕੜਾ ਅਨੁਸ਼ਾਸਨ ਕਾਇਮ ਕਰਨਾ ਚਾਹਿਆ। ਜਦੋਂ ਉਹਨੇ ਅਨੁਸ਼ਾਸਨ ਕਾਇਮ ਕਰਨਾ ਚਾਹਿਆ, ਜਿਹੜੇ ਪਠਾਨ ਉਹ ਸੁਤੰਤਰ ਸੁਭਾਅ ਦੇ ਮਾਲਕ ਹਨ। ਉਹ ਕਿਸੇ ਦੇ ਅਧੀਨਗੀ ਸਵੀਕਾਰ ਨਹੀਂ ਕਰ ਸਕਦੇ। ਉਹਨਾਂ ਨੇ ਬਗਾਵਤ ਦਾ ਝੰਡਾ ਖੜਾ ਕਰ ਦਿੱਤਾ। ਜਦੋਂ ਇਬਰਾਹਿਮ ਲੋਧੀ ਨੇ ਉਹਨਾਂ ਨੂੰ ਅਨੁਸ਼ਾਸਨ ਦੇ ਵਿੱਚ ਲਿਆਉਣ ਦਾ ਯਤਨ ਕੀਤਾ, ਤਾਂ ਪਠਾਨਾਂ ਨੇ ਉਹਦੇ ਵਿਰੁੱਧ ਬਗਾਵਤ ਦਾ ਝੰਡਾ ਖੜਾ ਕਰ ਦਿੱਤਾ। ਬਗਾਵਤ ਨੂੰ ਦਬਾਉਣ ਵਿੱਚ ਉਹ ਅਸਫਲ ਰਿਹਾ। ਉਸ ਦੇ ਵਿੱਚ ਇੰਨੀ ਸਮਝਦਾਰੀ ਨਹੀਂ ਸੀ ਕਿ ਉਹ ਬਗਾਵਤ ਨੂੰ ਦਬਾ ਸਕਦਾ। ਜੇ ਤੁਹਾਨੂੰ ਕੁਐਸਚਨ ਆ ਜੇ ਕਿ ਇਬਰਾਹਿਮ ਲੋਧੀ ਦੇ ਸਮੇਂ ਕਿਹੜੀ ਬਗਾਵਤ ਹੋਈ, ਤਾਂ ਇਬਰਾਹਿਮ ਲੋਧੀ ਦੇ ਸਮੇਂ ਮੁੱਖ ਬਗਾਵਤ ਪਠਾਨਾਂ ਨੇ ਕੀਤੀ ਸੀ। ਕਿਉਂ ਕੀਤੀ ਸੀ? ਉਹ ਉਹਨਾਂ ਦੇ ਪਹਿਲੀ ਗੱਲ ਦਾ ਸੁਭਾਅ ਨੂੰ ਸਮਝ ਨਹੀਂ ਸਕਿਆ। ਦੂਜੀ ਗੱਲ, ਉਹ ਉਹਨਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਪਰ ਪਠਾਨ ਸੁਭਾਅ ਤੋਂ ਹੀ ਸੁਤੰਤਰ ਸੁਭਾਅ ਦੇ ਮਾਲਕ ਹਨ। ਉਹ ਕਿਸ ਤਰ੍ਹਾਂ ਇਸ ਦੀ ਅਧੀਨਗੀ ਸਵੀਕਾਰ ਕਰਦੇ? ਸਿੱਟੇ ਵਜੋਂ ਭੇਰਾ ਤੋਂ ਲੈ ਕੇ ਬਿਹਾਰ ਤੱਕ ਇਬਰਾਹਿਮ ਦਾ ਰਾਜ ਕੇਵਲ ਨਾ ਮਾਤਰ ਹੀ ਸੀ। ਭੇਰਾ ਤੋਂ ਬਿਹਾਰ ਜੋ ਸਾਡਾ ਵਰਤਮਾਨ ਸਟੇਟ ਹੈ, ਉਸ ਤੱਕ ਇਸ ਦਾ ਰਾਜ ਰਹਿ ਚੁੱਕਿਆ ਸੀ। ਬਾਕੀ ਰਾਜ ਇਸ ਦੇ ਹੱਥੋਂ ਨਿਕਲ ਚੁੱਕਿਆ ਸੀ। ਲੋਧੀ ਰਾਜ ਦਾ ਵਿਸਤਾਰ, ਜੇ ਅਸੀਂ ਓਵਰਆਲ ਸਾਰੇ ਲੋਧੀ ਰਾਜ ਦੇ ਵਿਸਤਾਰ ਦੀ ਗੱਲ ਕਰੀਏ, ਤਾਂ ਲੋਧੀ ਰਾਜ ਵਿੱਚ ਪੰਜਾਬ ਇੱਕ ਸੂਬਾ ਸੀ। ਹਾਂ, ਇੱਥੋਂ ਇਹ ਗੱਲ ਸਮਝ ਆਉਂਦੀ ਆ ਕਿ ਜਿਹੜਾ ਪੂਰਾ ਰਾਜ ਸੀਗਾ, ਉਹਨੂੰ ਪਹਿਲਾਂ ਸੂਬਿਆਂ 'ਚ ਵੰਡਿਆ ਗਿਆ। ਪਰ ਉਸ ਸਮੇਂ ਦਾ ਪੰਜਾਬ ਇੱਕ ਸਮੁੱਚਾ ਸੂਬਾ ਨਹੀਂ ਸੀ। ਉਹ ਲਾਹੌਰ ਅਤੇ ਮਲਤਾਨ 2 ਸੂਬਿਆਂ ਵਿੱਚ ਵੰਡਿਆ ਹੋਇਆ ਸੀ। ਪੰਜਾਬ ਦਾ ਸੂਬਾ ਅੱਗੇ ਛੋਟੇ ਪਰਗਨਿਆਂ ਵਿੱਚ ਵੰਡਿਆ ਹੋਇਆ ਸੀ, ਜਿਵੇਂ ਸਰਹੰਦ, ਸੁਲਤਾਨਪੁਰ, ਦੀਪਾਲਪੁਰ। ਅਸੀਂ ਕਹਿ ਸਕਦੇ ਜਿਵੇਂ ਸਾਡੇ ਅੱਜ ਕੱਲ੍ਹ ਦੇ ਜ਼ਿਲ੍ਹੇ ਨੇ, ਜਿਵੇਂ ਜ਼ਿਲ੍ਹਾ ਸੰਗਰੂਰ, ਜ਼ਿਲ੍ਹਾ ਅੰਮ੍ਰਿਤਸਰ, ਜ਼ਿਲ੍ਹਾ ਮਾਨਸਾ, ਜ਼ਿਲ੍ਹਾ ਪਟਿਆਲਾ। ਇਸ ਤਰ੍ਹਾਂ ਪੂਰਾ ਦਾ ਪੂਰਾ ਪੰਜਾਬ
ਪੰਜਾਬ ਨੂੰ ਪੂਰਾ ਜ਼ਿਲ੍ਹਿਆਂ ਵਿੱਚ, ਪੂਰੇ ਪਰਗਨੇ ਭਾਵ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ। ਇਹ ਪਰਗਨੇ ਕਦੀ ਕਦੀ ਸਿੱਧੇ ਦਿੱਲੀ ਦੇ ਬਾਦਸ਼ਾਹ ਦੇ ਅਧੀਨ ਹੁੰਦੇ ਸਨ। ਜੇਕਰ ਅਸੀਂ ਲੋਧੀ ਸੁਲਤਾਨਾਂ ਦਾ ਰਾਜ ਵਿਸਤਾਰ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਰਾਜ, ਫਿਰ ਸੂਬੇ, ਫਿਰ ਪਰਗਨੇ ਭਾਵ ਜ਼ਿਲ੍ਹੇ, ਉਸ ਤੋਂ ਬਾਅਦ ਤਹਿਸੀਲਾਂ ਆਉਣਗੀਆਂ, ਸਿੱਕਦਾਰ ਵਗੈਰਾ। ਉਸ ਤੋਂ ਬਾਅਦ ਦੌਲਤ ਖਾਂ ਲੋਧੀ ਅਤੇ ਪੰਜਾਬ। ਸਿਕੰਦਰ ਲੋਧੀ ਨੇ ਤਤਾਰ ਖਾਂ ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਸੀ। ਤੁਹਾਨੂੰ ਕੁਐਸਚਨ ਆ ਸਕਦਾ ਗਾ ਵੀ ਤਤਾਰ ਖਾਂ ਅਤੇ ਦੌਲਤ ਖਾਂ ਲੋਧੀ ਦੇ ਵਿਚਕਾਰ ਕੀ ਸੰਬੰਧ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਦੌਲਤ ਖਾਂ ਪੰਜਾਬ ਦਾ ਸੂਬੇਦਾਰ ਨਿਯਤ ਹੋਇਆ। ਜੋ ਦੌਲਤ ਖਾਂ ਲੋਧੀ ਸੀ ਉਹ ਤਤਾਰ ਖਾਂ ਦਾ ਪੁੱਤਰ ਸੀ। ਤਤਾਰ ਖਾਂ ਨੂੰ ਤਾਂ ਪੰਜਾਬ ਦਾ ਸੂਬੇਦਾਰ ਬਹਿਲੋਲ ਖਾਂ ਲੋਧੀ ਨੇ ਬਣਾਇਆ ਸੀ, ਪਰ ਜਦੋਂ ਉਸਨੇ ਬਹਿਲੋਲ ਖਾਂ ਲੋਧੀ ਵਿਰੁੱਧ ਬਗਾਵਤ ਕੀਤੀ ਸੀ ਤਾਂ ਸਿਕੰਦਰ ਲੋਧੀ ਨੇ ਉਸ ਨੂੰ ਹਰਾਇਆ ਸੀ। ਪਰ ਬਾਅਦ ਦੇ ਵਿੱਚ ਜਦੋਂ ਸਿਕੰਦਰ ਲੋਧੀ ਸ਼ਾਸਕ ਬਣਿਆ ਤਾਂ ਉਸਨੇ ਤਤਾਰ ਖਾਂ ਨੂੰ ਦੁਬਾਰਾ ਪੰਜਾਬ ਦਾ ਸੂਬੇਦਾਰ ਬਣਾ ਦਿੱਤਾ ਸੀ। ਪਰ ਸਿਕੰਦਰ ਲੋਧੀ ਦੇ ਸਮੇਂ ਤਤਾਰ ਖਾਂ ਦੀ ਮੌਤ ਹੋ ਗਈ ਤਾਂ ਸਿਕੰਦਰ ਲੋਧੀ ਨੇ ਉਸ ਦੇ ਪੁੱਤਰ ਦੌਲਤ ਖਾਂ ਲੋਧੀ ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਸੀ। ਜਿੰਨਾ ਚਿਰ ਸਿਕੰਦਰ ਲੋਧੀ ਜਿਉਂਦਾ ਰਿਹਾ, ਦੌਲਤ ਖਾਂ ਉਸ ਦਾ ਪੂਰਾ ਵਫਾਦਾਰ ਰਿਹਾ। ਪਰ ਸਿਕੰਦਰ ਲੋਧੀ ਦੇ ਉੱਤਰਾਧਿਕਾਰੀ ਇਬਰਾਹਿਮ ਲੋਧੀ ਦੇ ਕਠੋਰ, ਸ਼ੱਕੀ ਅਤੇ ਘਮੰਡੀ ਸੁਭਾਅ ਨੇ ਦੌਲਤ ਖਾਂ ਲੋਧੀ ਨੂੰ ਉਸ ਨਾਲ ਘਿਰਨਾ ਕਰਨ ਲਾ ਦਿੱਤਾ। ਉਸ ਨੇ ਸੁਲਤਾਨ ਦੀ ਵਤੀਰੇ ਨੂੰ ਦੇਖ ਕੇ ਆਪਣਾ ਸੁਤੰਤਰ ਰਾਜ ਸਥਾਪਿਤ ਕਰਨ ਦਾ ਮਨ ਬਣਾ ਲਿਆ। ਉਸ ਨੇ ਆਲਮ ਖਾਂ ਲੋਧੀ ਜੋ ਕਿ ਇਬਰਾਹਿਮ ਲੋਧੀ ਦਾ ਚਾਚਾ ਸੀ। ਕਈ ਕਿਤਾਬਾਂ ਵਿੱਚ ਲਿਖਿਆ ਹੋਇਆ ਕਿ ਆਲਮ ਖਾਂ ਲੋਧੀ ਇਬਰਾਹਿਮ ਲੋਧੀ ਦਾ ਮਤਰੇਆ ਭਰਾ ਸੀ। ਪਰ ਜੋ ਸਾਡੀ ਪੰਜਾਬ ਬੋਰਡ ਦੀ ਕਿਤਾਬ ਹੈ 10ਵੀਂ ਕਲਾਸ ਦੀ, ਉਸ ਦੇ ਵਿੱਚ ਲਿਖਿਆ ਹੋਇਆ ਗਾ ਆਲਮ ਖਾਂ ਲੋਧੀ ਇਬਰਾਹਿਮ ਲੋਧੀ ਦਾ ਚਾਚਾ ਸੀ। ਉਸ ਨੇ ਦੌਲਤ ਖਾਂ ਨੇ ਆਲਮ ਖਾਂ ਨਾਲ ਮਿਲ ਕੇ ਇਬਰਾਹਿਮ ਲੋਧੀ ਦੇ ਖਿਲਾਫ ਗੋਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ। ਭਾਵ ਉਸ ਦੇ ਵਿਰੁੱਧ ਕਿ ਕਾਰਵਾਈ ਕਿਵੇਂ ਕੀਤੀ ਜਾਵੇ, ਇਸ ਤਰ੍ਹਾਂ ਉਸਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ।